हेलो सत श्रीकाल वेलकम टू पंजाब सक्सैस अकैडमी। अज आप कर रहे हैं परसेंटेज पार्ट 4। इस तो पहला आप परसेंटेज के 3 पार्ट कर चुके हैं। मेरी तो एक रिक्वेस्ट है, ये वीडियो देखने तो पहला वाले 3 पार्ट देख लो ताकि ਤੁਹਾਨੂੰ पता लग जाए कि इस तो पहला आप चैप्टर की कर सकते हैं। तो ये वाला पार्ट तो जो तुम पहले वाले पार्ट किए तो बहुत चंगी तरह समझ आ जाएगा। ठीक है जी, चलो अज आप करते हैं पार्ट 4। ਹੁਣ मैं ਤੁਹਾਨੂੰ ਪਹਿਲਾਂ परसेंटेज के कुछ बेसिक करवाए थे ना। ਹੁਣ ਆਪਾਂ ਉਸ ਤੋਂ ਅੱਗੇ ਵਧਦੇ ਹਾਂ। ਨੈਟ ਇਫੈਕਟ ਜਾਂ ਤੁਸੀਂ ਇਹਨੂੰ ਕਹਿ ਸਕਦੇ ਹੋ ਓਵਰਆਲ ਇਫੈਕਟ। ਮਤਲਬ ਤੁਸੀਂ ਕੋਈ ਵਸਤੂ ਖਰੀਦੀ ਹੈ, ਪਹਿਲਾਂ ਖਰੀਦ ਲਈ ਫਿਰ ਤੁਸੀਂ ਵੇਚਤੀ ਤੇ ਉਹਦੇ ਤੁਹਾਨੂੰ ਓਵਰਆਲ ਕੀ ਹੋਇਆ, ਪ੍ਰੋਫਿਟ ਹੋਇਆ ਜਾਂ ਲਾਸ ਹੋਇਆ। ਠੀਕ ਹੈ, ਉਹ ਚੀਜ਼ ਨੂੰ ਆਪਾਂ ਨੂੰ ਕੱਢਣ ਤੇ ਵੀ ਆਪਾਂ ਨੂੰ ਕੀ ਉਹ ਫਾਰਮੂਲਾ ਆਉਂਦਾ ਇੱਕ ਓਵਰਆਲ ਇਫੈਕਟ ਜਾਂ ਨੈਟ ਇਫੈਕਟ। ਇਹ ਫਾਰਮੂਲਾ ਤੁਸੀਂ मतलब ਆਮ ਸੁਣਿਆ ਹੋਊਗਾ, ਸ਼ਾਇਦ ਤੁਹਾਨੂੰ ਯਾਦ ਵੀ ਹੋਵੇ। x plus y plus x multiply y divided by 100। ठीक है, ਹੁਣ ਆਪਾਂ ਇਹਦੇ ਕੁਝ ਕੁਐਸਚਨ ਕਰਾਂਗੇ। ਇਹ ਫਾਰਮੂਲੇ ਨੂੰ ਆਪਣੀ ਕਾਪੀ ਤੇ ਨੋਟ ਕਰ ਲਓ ਵੀ ਉਹ ਨੈਟ ਇਫੈਕਟ ਆਪਾਂ ਕੱਢਣਾ ਕਿਵੇਂ ਆ। ਜਦੋਂ ਵੀ मतलब ਕੋਈ ਵੀ ਹੈ, मतलब ਤੁਸੀਂ ਵਸਤੂ ਖਰੀਦੀ ਜਾਂ ਵੇਚੀ ਆ, ਉਹਦਾ ਜਿਹੜਾ मतलब ਪਰਸੈਂਟੇਜ ਆ ਉਹ ਇਨਕਰੀਜ਼ ਹੋ ਰਹੀ ਹੈ, मतलब ਤੁਹਾਨੂੰ ਫਾਇਦਾ ਹੋ ਰਿਹਾ ਜਾਂ ਤੁਹਾਨੂੰ ਨੁਕਸਾਨ ਹੋ ਰਿਹਾ। ਤੇ ਓਵਰਆਲ ਤੁਹਾਡੇ ਰੇਟ ਤੇ ਜਾਂ ਤੁਹਾਡੀ मतलब ਜਿਹੜਾ ਉਹਦਾ ਖਰੀਦ ਮੁੱਲ ਹੈ, मतलब ਉਹਦੇ ਕੀ ਇਫੈਕਟ ਪਿਆ, ਉਹਨੂੰ ਕੀ ਕਹਿੰਦੇ ਆ, ਨੈਟ ਇਫੈਕਟ ਜਾਂ ਕੀ ਕਹਿੰਦੇ ਓਵਰਆਲ ਇਫੈਕਟ। ਹੁਣ ਆਪਾਂ ਕੁਐਸਚਨ ਕਰਦੇ ਆ ਨਾ। ਇਸ ਦਾ ਪ੍ਰਾਈਸ ਆਫ book is first increased by 25% and decreased by 20%. Then the net change in price will be। ਕਹਿੰਦਾ ਜੇ ਤੁਸੀਂ ਇੱਕ ਕਿਤਾਬ ਖਰੀਦਦੇ ਹੋ, ਮਤਲਬ ਜਦੋਂ ਇੱਕ ਕਿਤਾਬ ਦਾ ਮੁੱਲ ਹੈ ਜੋ 25% ਕੀ ਹੈ ਵੱਧ ਜਾਵੇ ਪਰ ਬਾਅਦ ਦੇ ਵਿੱਚ ਉਹਦਾ ਕੀ ਹੈ ਮੁੱਲ 20% ਤੁਸੀਂ ਘਟਾ ਦਿਓ। ਪਹਿਲਾਂ ਮੁੱਲ 25% ਵਧਾਤਾ, ਬਾਅਦ ਦੇ ਵਿੱਚ ਕੀ ਕਰਤਾ ਤੁਸੀਂ ਉਹਦੇ ਮੁੱਲ ਨੂੰ 20% ਘੱਟ ਕਰਤਾ, ਤਾਂ ਟੋਟਲ ਜਿਹੜਾ ਤੁਹਾਡਾ ਪ੍ਰਾਈਸ ਆ ਉਹਦੇ ਕੀ ਇਫੈਕਟ ਪਊਗਾ, ਮਤਲਬ ਤੁਸੀਂ ਉਹ ਜਿਹੜਾ ਉਹਦਾ ਮੁੱਲ ਆ ਕਿਤਾਬ ਦਾ ਉਹਦੇ ਉੱਤੇ ਕੀ ਅਸਰ ਪੈਣਾ। ਹੁਣ ਜੇ ਆਪਾਂ ਇਹਨੂੰ ਫਾਰਮੂਲੇ ਦੇ ਅਕੋਰਡਿੰਗ ਕਰਦੇ ਆ, x ਕੀ ਹੋ ਗਿਆ ਤੁਹਾਡਾ 25%, y ਕੀ ਹੋ ਗਿਆ ਤੁਹਾਡਾ 20%। ਕੀ ਸੀ ਹੁਣ ਜਿਹੜਾ ਇਨਕਰੀਜ਼ ਹੋਇਆ ਉਹਨੂੰ ਪਲੱਸ ਵਾਲਾ ਲੈ ਲਓ, ਜਿਹੜਾ ਡਿਕਰੀਜ਼ ਹੋਇਆ ਉਹਨੂੰ ਕੀ ਲੈ ਲਓ, ਮਾਈਨਸ ਵਾਲਾ ਲੈ ਲਓ। 25 ਪਲੱਸ ਮਾਈਨਸ 20, ਜਦੋਂ ਇਹ ਡਿਕਰੀਜ਼ ਹੋਇਆ ਨਾ ਪਲੱਸ 25 ਮਲਟੀਪਲਾਈ ਮਾਈਨਸ 20 ਡਿਵਾਈਡ ਬਾਈ 100। ਇਹ ਚੋਂ ਕੀ ਆ ਗਿਆ 5 ਆ ਗਿਆ, ਪਲੱਸ ਆ ਕੱਟ दो 4 आ फिर कटा 5, मतलब कितना आ गया प्लस माइनस 5 आ गया, कितना आ गया इतने 0%। की होया मतलब ਤੁਹਾਨੂੰ ਤੁਸੀਂ ਕਿਤਾਬ ਨੂੰ ਪਹਿਲਾਂ 25% ਲਾਭ ਤੇ ਖਰੀਦ 25% ਇੰਕਰੀਜ਼ ਕਰਤਾ ਮੁੱਲ, ਬਾਅਦ ਚ ਉਹਦਾ ਮੁੱਲ ਕੀ ਕਰਤਾ ਡਿਕਰੀਜ਼ ਕਰਤਾ। ਅਖੀਰ ਦੇ ਉੱਤੇ ਉਹ ਕਹਿੰਦਾ ਤੁਹਾਨੂੰ ਲਾਭ ਹੋਇਆ ਜਾਂ मतलब ਹਾਨੀ ਹੋਈ, मतलब ਕੀ मतलब ਤੁਹਾਨੂੰ ਪ੍ਰਾਈਸ ਦੇ मतलब ਉਹਦੇ ਕੀ ਚੇਂਜਸ ਹੋਈਆਂ, ਤਾਂ ਉਹਦੇ ਵਿੱਚ ਨੈਟ ਇਫੈਕਟ ਕੋਈ ਚੇਂਜਸ ਨਹੀਂ ਹੋਈ, ਨਾ ਤੁਹਾਨੂੰ ਉਹਦੇ ਕੋਈ ਪ੍ਰੋਫਿਟ ਹੋਇਆ ਨਾ ਤੁਹਾਨੂੰ ਕੋਈ ਹੋਇਆ ਲਾਸ ਹੋਇਆ। ਠੀਕ ਹੈ ਜੀ, ਆ ਗਿਆ ਨਾ ਸਮਝ। ਚਲੋ ਅਗਲਾ ਕੁਐਸਚਨ ਕਰਦੇ। ਅਗਲਾ ਕੁਐਸਚਨ ਦੇਖੋ, ਕਹਿੰਦਾ the price of an article is increased by 15% and then reduced by 15%. The final price of article। फिर वही गल आ गई है ना, पहला की होया इंक्रीज होया 15%, फिर की हो गया डिक्रीज हो गया 15 प्लस
15 मल्टीप्लाई माइनस 15 डिवाइड बाई 100 ਇਹਨੂੰ ਕਰ ਦਿਓ ਆ ਕਿੰਨਾ ਹੋ ਗਿਆ ਤਾਂ ਤੁਹਾਡਾ 0 ਹੀ ਹੋ ਗਿਆ प्लस माइनस 0 हो गया प्लस माइनस 15 225 हो गया 2.5 2.25 ला सकते हैं माइनस 2.25 क्या आ गया मतलब माइनस से आ गया मतलब की होया फाइनल प्राइस कितना हो गया 2.25% की हो गया 2.25% की हो गया डिक्रीज हो गया फाइनल प्राइस की तो ना की हो गया डिक्रीज हो गया ठीक है। चलो अगला क्वेश्चन a number is decreased by 10% and then increased by 10%, the number so obtained is 10 less than the original number. What is the original number? ठीक है जी। ਹੁਣ ਕੀ ਕਹਿੰਦਾ ਇੱਕ ਨੰਬਰ ਹੈ ਜਿਹੜਾ ਪਹਿਲਾਂ ਕੀ ਹੋ ਗਿਆ 10% ਡਿਕਰੀਜ਼ ਹੋ ਗਿਆ ਬਾਅਦ ਚ ਕੀ ਹੋ ਗਿਆ ਉਹ 10% ਇੰਕਰੀਜ਼ ਹੋ ਗਿਆ ਕਹਿੰਦਾ ਦਾ ਨੰਬਰ ਇਜ਼ obtained by 10 ਲੈਸ ਦੈਨ ਦਾ original ਨੰਬਰ ਜੇ original ਨੰਬਰ ਤੋਂ 10 ਆਪਾਂ ਨੂੰ ਲੈਸ ਕਰ ਦਈਏ ਹਨਾ ਤਾਂ ਤੁਹਾਡਾ ਅਸਲੀ ਨੰਬਰ ਕੀ ਹੋਊਗਾ ਮਤਲਬ ਅਸਲੀ ਨੰਬਰ ਤੁਹਾਡਾ ਕਿੰਨਾ ਹੋਵੇਗਾ ਸੋ obtained ਜਿਹੜਾ obtain ਹੋਇਆ ਮਤਲਬ ਜਿਹੜਾ ਨਿਕਲ ਕੇ ਤੁਹਾਡਾ ਆਇਆ ਹੁਣ ਦੇਖੋ ਕੀ ਹੋ ਗਿਆ 10% ਡਿਕਰੀਜ਼ ਹੋ ਗਿਆ फिर इंक्रीज कितना 10% प्लस माइनस 10 मल्टीप्लाई 10 डिवाइड बाई 100 आता 0 हो गया कितना आ गया 1 आ गया माइनस 1% की हो गया ਤੁਹਾਡਾ की हो गया ਇਹ डिक्रीज हो गया पर ਹੁਣ ਉਹਨੇ ਪੁੱਛਿਆ ਕਿ ਤੁਹਾਨੂੰ ओरिजिनल ਪੁੱਛਿਆ कहना द नंबर इज obtained 10 less than the original number ठीक है मतलब ये कहते बराबर 1% आ गया है ना 1% की होया डिक्रीज कहते बराबर आ रहा है 1% वही 10 के बराबर आ रहा है ठीक है 1% जे 10 के बराबर आ रहा है तो 100% किहदे बराबर होंदा 10 गुणा 100 डिवाइड बाय 1 तो असली नंबर कितना आ गया ਤੁਹਾਡਾ 1000 आ गया तो ਤੁਹਾਡਾ ओरिजिनल नंबर कितना आ गया 1000 आ गया ठीक है। चलो कोई नहीं मतलब ਇਹਦੇ ਨਾਲ ਦੇ मतलब कई क्वेश्चन करवाना ना ताकि मतलब ਤੁਹਾਡਾ ਨਾ ਇਹ ਚੰਗੀ ਤਰ੍ਹਾਂ मतलब ਕਨਸੈਪਟ ਕਲੀਅਰ ਹੋ ਜਾਏ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ 4 5 ਕੁਐਸਚਨ ਆਪਾਂ ਇਹ ਕਨਸੈਪਟ ਦੇ ਕਰਦੇ ਹਾਂ। ਹੁਣ ਨੈਕਸਟ ਨੰਬਰ ਕੀ ਕਹਿੰਦਾ ਕੁਐਸਚਨ a number is increased by 20% and then again by 20%. By what percent should be increased number be reduced so as to get back the ओरिजिनल नंबर। ਹੁਣ ਇਹਦੇ ਵਿੱਚ ਕੀ ਕਹਿੰਦਾ ਇੱਕ ਨੰਬਰ ਹੈ ਪਹਿਲਾਂ ਕੀ 20% ਇੰਕਰੀਜ਼ ਹੋ ਗਿਆ ਐਂਡ ਦੈਨ ਦੁਬਾਰਾ ਮਤਲਬ ਦੁਬਾਰਾ ਫਿਰ 20% ਕੀ ਹੋ ਗਿਆ ਉਹ ਨੰਬਰ ਇੰਕਰੀਜ਼ ਹੋ ਗਿਆ ਕਹਿੰਦਾ ਬਾਈ ਵੱਟ ਪਰਸੈਂਟ ਕਿੰਨੇ ਪਰਸੈਂਟ ਕਹਿੰਦਾ ਨੰਬਰ ਇੰਕਰੀਜ਼ ਮਤਲਬ ਬਾਈ ਵੱਟ ਪਰਸੈਂਟ ਸ਼ੁੱਡ ਬੀ ਇੰਕਰੀਜ਼ ਨੰਬਰ ਟੂ ਬੀ ਰਿਡਿਊਸਡ ਕਹਿੰਦਾ ਵੀ ਮਤਲਬ ਉਹਨੂੰ ਆਪਾਂ ਨੂੰ ओरिजिनल ਨੰਬਰ ਬਣਾਉਣ ਵਾਸਤੇ ਉਹਨੂੰ ਜਿਹੜਾ ਨੰਬਰ ਆਇਆ ਤੁਹਾਡਾ ਉਹਨੂੰ ओरिजिनल ਨੰਬਰ ਦੁਬਾਰਾ ਬਣਾਉਣ ਵਾਸਤੇ ਉਹ ਜੋ ਕਿੰਨੇ ਪਰਸੈਂਟ ਤੁਹਾਨੂੰ ਉਹ ਜੋ ਕੀ ਕਰਨਾ ਪਊਗਾ ਘਟਾਉਣਾ ਪਊਗਾ ਮਤਲਬ ਛੋਟਾ ਕਿੰਨੇ ਪਰਸੈਂਟ ਉਹਨੂੰ ਛੋਟਾ ਕਰਨਾ ਪਊਗਾ ਨਾ ਵੀ ਮਤਲਬ ਜਿਹੜਾ ਨੰਬਰ ਤੁਹਾਡਾ ਵੱਧ ਗਿਆ ਉਹਨੂੰ ਕਿੰਨੇ ਪਰਸੈਂਟ ਤੁਹਾਨੂੰ ਰਿਡਿਊਸ ਮਤਲਬ ਪ੍ਰੋਪਰ ओरिजिनल ਨੰਬਰ ਬਣਾਉਣ ਵਾਸਤੇ ਕਰਨਾ ਪਊਗਾ। ਹੁਣ ਪਹਿਲਾਂ ਤਾਂ ਇਹ ਕੱਢੋ ਇਹਦੀ ਪਰਸੈਂਟੇਜ ਕੱਢ ਲਓ ਓਵਰਆਲ ਪਰਸੈਂਟੇਜ ਨਿਕਲੂਗੀ ਜਦੋਂ ਨੰਬਰ ਇੰਕਰੀਜ਼ ਹੀ ਹੋ ਰਿਹਾ ਹੈ ਨਾ +20 +20 मल्टीप्लाई 20 डिवाइड बाय 100 कितना आ गया 40 + 4
44%, मतलब ये तो प्लस का आ गया। इट मीनस कि ये नंबर की हो गया इंक्रीज हो गया, नंबर की हो गया ਤੁਹਾਡਾ इंक्रीज हो गया। ਹੁਣ ਤੁਹਾਡਾ ਪਹਿਲਾ ਮਤਲਬ ਹੁਣ ਦੇਖੋ ओरिजिनल नंबर ਕੀ ਮੰਨ ਲਓ ਤੁਹਾਡਾ ओरिजिनल नंबर ਕੀ ਸੀ 100 ਸੀ, ਤਾਂ ਵੱਧ ਕੇ ਕਿੰਨਾ ਹੋ ਗਿਆ ਉਹ ਨੰਬਰ 144 ਹੋ ਗਿਆ, 144 ਹੋ ਗਿਆ ਹੈ ਨਾ। ਪਰ ਵੱਧ ਕਿੰਨਾ ਗਿਆ, ਕਿੰਨਾ ਵੱਧ ਗਿਆ ਉਹ 44 ਵਧਿਆ ਨਾ 44% ਹੈ ਨਾ, ਠੀਕ ਹੈ। ਤੇ ਹੁਣ ਇਹਦੀ ਆਪਾਂ ਪਰਸੈਂਟੇਜ ਬਣਾਉਣੀ ਵੀ ਮਤਲਬ ਉਹੀ ਨੰਬਰ ਬਣਾਉਣ ਵਾਸਤੇ ਇਹਨੂੰ ਕੱਟ ਕਰ ਦਿਓ। ਇਹ ਗਿਆ 2 ਤੇ 22 72 11 36 50 18 ਇਹ ਫਿਰ 9 25 25 ਨੂੰ 11 ਨੂੰ ਇਧਰ 250 मतलब 275 275 बटे 9%। ਹੁਣ ਜਿਹਨੂੰ ਆਪਾਂ ਮਤਲਬ ਸਹੀਆਂ ਚ ਬਣਾ ਲੈਂਦੇ ਆ 9 9 ਦੀ 27 ਫਿਰ ਇੱਕ ਘਟ ਗਿਆ ਮਤਲਬ 0 ਆ ਗਈ 275 30 ਸਹੀ 5 ਬਟਾ 9% ਕੀ ਮਤਲਬ ਇੰਨੇ percent ਕੀ ਉਹਨੂੰ ਆਪਾਂ ਨੂੰ ਦੁਬਾਰਾ ਮਤਲਬ ओरिजिनल ਨੰਬਰ ਬਣਾਉਣ ਵਾਸਤੇ ਕੀ ਕਰਨਾ ਪਊਗਾ, ਉਹਨੂੰ ਆਪਾਂ ਨੂੰ ਰਿਡਿਊਸ ਕਰਨਾ ਪਊਗਾ। ਠੀਕ ਹੈ ਜੀ, ਮਤਲਬ ਆ ਗਿਆ ਨਾ ਸਮਝ ਕੁਐਸਚਨ। ਚਲੋ ਹੁਣ ਆਪਾਂ ਇੱਕ ਕਨਸੈਪਟ ਹੋਰ ਕਰਵਾ ਲਿਆ ਆਪਾਂ ਅੱਜ ਤੁਹਾਨੂੰ। ਹੁਣ ਦੇਖੋ ਮਤਲਬ ਜੇ ਤੁਸੀਂ ਨੇ ਇੱਕ ਫਾਰਮੂਲਾ ਕਹਿਣਾ ਤਾਂ ਫਾਰਮੂਲਾ ਵੀ ਕਹਿ ਸਕਦੇ ਹੋ, ਨਹੀਂ ਤਾਂ ਇਹ ਇੱਕ ਮਤਲਬ ਆਮ ਜੀ ਗੱਲ ਹੈ। ਹੁਣ ਦੇਖ ਕੀ ਹੁੰਦਾ, ਤੁਸੀਂ ਕੋਈ ਸ਼ਾਪਿੰਗ ਕਰਨ ਚੱਲੇ ਹੋ, ਕੋਈ ਚੀਜ਼ ਖਰੀਦਣ ਚੱਲੇ ਹੋ ਤਾਂ ਕੀ ਪੁੱਛਦੇ ਹੋ ਤੁਸੀਂ ਉਹਦਾ ਪ੍ਰਾਈਸ। ਉਸ ਤੋਂ ਬਾਅਦ ਕੀ ਕਰਦੇ ਆਪਾਂ ਮਤਲਬ ਉਹਨੂੰ ਕਹਿ ਦਿੰਦੇ ਆ ਵੀ ਮਤਲਬ ਮੁੱਲ ਪੁੱਛ ਲਿਆ। ਜਿਵੇਂ ਆਪਾਂ ਖੰਡ ਲੈਣ ਚੱਲੇ ਆ ਹਨਾ, ਮਤਲਬ ਉਹਦਾ ਮੁੱਲ ਪੁੱਛ ਲਿਆ। ਹੁਣ ਫਿਰ ਤੁਸੀਂ ਆਪਾਂ ਕੀ ਕਹਿੰਦੇ ਆ ਵੀ ਭਾਈ ਇੰਨੇ ਕਿਲੋ ਦੇ ਦੇ, ਮਤਲਬ ਕੀ ਹੋ ਜਾਂਦੀ ਉਹਦੀ ਕੰਜੰਪਸ਼ਨ ਹੋ ਜਾਂਦੀ ਹੈ, ਮਤਲਬ ਕਿੰਨੀ ਆਪਾਂ ਉਹ ਲੈ ਲਈ। ਤੇ ਜੇ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਦੇ ਆ ਮਤਲਬ 1 ਕਿਲੋ ਖੰਡ ਲੈ ਲਈ, ਉਹ 10 ਰੁਪਏ ਕਿਲੋ ਖੰਡ ਹੈ, ਕਿੰਨੀ ਲੈ ਲਈ ਤੁਸੀਂ 2 ਕਿਲੋ ਲੈ ਲਈ, ਤਾਂ ਤੁਹਾਡਾ ਖਰਚਾ ਕਿੰਨਾ ਆ ਗਿਆ ਖੰਡ ਤੇ 20 ਰੁਪਏ। ਤੇ 20 ਰੁਪਏ ਕੀ ਹੈ ਤੁਹਾਡਾ ਐਕਸਪੈਂਡੀਚਰ, 20 ਰੁਪਏ ਕੀ ਹੈ ਤੁਹਾਡਾ ਐਕਸਪੈਂਡੀਚਰ ਹੈ। ਠੀਕ ਹੈ, ਮਤਲਬ 20 ਰੁਪਏ ਕੀ ਆ ਗਿਆ ਤੁਹਾਡਾ ਖਰਚਾ ਆ ਗਿਆ ਮਤਲਬ ਖੰਡ ਦੇ ਉੱਤੇ ਵੀ ਮਤਲਬ ਜਿਹੜਾ ਤੁਸੀਂ ਉਹ ਚੀਜ਼ ਲਈ। ਹੁਣ ਆਪਾਂ ਇਹਦਾ ਇੱਕ ਕੁਐਸਚਨ ਕਰਦੇ ਹਾਂ, ਕੁਝ ਕੁਐਸਚਨ ਕਰ ਲੈਣੇ ਇਹਦੇ। ਪ੍ਰਾਈਸ ਆਫ ਸ਼ੂਗਰ, ਇਹਨੂੰ ਤੁਸੀਂ ਇੱਕ ਨਾ ਐਜ਼ ਅ ਫਾਰਮੂਲਾ ਯਾਦ ਕਰਨਾ ਤਾਂ ਫਾਰਮੂਲੇ ਨੂੰ ਯਾਦ ਕਰ ਸਕਦੇ ਹੋ, ਨਹੀਂ ਤਾਂ ਵੈਸੇ ਵੀ ਇਹ ਕਨਸੈਪਟ ਆਪਾਂ ਰੂਟੀਨ 'ਚ ਆਪਣੀ ਡੇਲੀ ਲਾਈਫ 'ਚ ਆਪਾਂ ਇਹ ਚੀਜ਼ਾਂ ਨੂੰ ਵਰਤਦੇ ਆ, ਕੋਈ ਫਾਰਮੂਲੇ ਵਾਲੀ ਆਪਾਂ ਇਹਨੂੰ ਗੱਲ ਕਹਿ ਨਹੀਂ ਸਕਦੇ। ਠੀਕ ਹੈ, ਪ੍ਰਾਈਸ ਆਫ ਸ਼ੂਗਰ ਰਾਈਜ਼ ਜਸਟ ਬਾਈ 20%, then how much percent reduce the consumption of rice that no change in expenditure। ਕੀ ਕਹਿੰਦਾ ਮਤਲਬ ਜਿਹੜਾ ਖੰਡ ਦਾ ਮੁੱਲ ਆ ਉਹ ਕੀ ਹੈ 20% ਕੀ ਹੋ ਗਿਆ ਤੁਹਾਡਾ ਇੰਕਰੀਜ਼ ਹੋ ਗਿਆ। ਕਹਿੰਦਾ ਕਿੰਨੇ % ਕੰਜੰਪਸ਼ਨ ਆਪਾਂ ਘਟਾ ਦਈਏ ਕਿ ਤੁਹਾਡਾ ਜਿਹੜਾ ਖਰਚਾ ਹੁੰਦਾ ਮਤਲਬ ਜਿਹੜਾ ਤੁਸੀਂ ਮੰਨ ਲਓ ਜਿਵੇਂ 20 ਰੁਪਏ ਸੀ, ਇਹ 20 ਰੁਪਏ ਤੁਹਾਡੇ ਉਨੇ ਹੀ ਰਹਿ ਜਾਂਦੇ ਆ, ਮਤਲਬ ਇਹ ਆਪਣੇ ਵੱਧਦੇ ਨਹੀਂ। ਹੁਣ ਆਪਾਂ ਜਿਵੇਂ ਮਤਲਬ ਚੱਲਦੇ ਆ ਹਰੇਕ ਚੀਜ਼ ਕਿ ਆਪਣੇ ਆਪ 'ਚ 100% ਹੁੰਦੀ ਹੈ, ਫਿਰ ਆਪਾਂ ਇਸ ਤਰ੍ਹਾਂ ਦਾ ਫਾਰਮੂਲਾ ਹੀ ਬਣਾ ਲੈਂਦੇ ਆ ਇਹਦਾ ਗੁਣਾ ਕੰਜੰਪਸ਼ਨ ਡਿਵਾਈਡ ਬਾਈ ਐਕਸਪੈਂਡੀਚਰ। ਇਹ ਕਿ ਆਪਣੇ ਆਪ 'ਚ 100% ਆ, ਇਹ ਵੀ 100 ਆ। ਆਹ ਖਰਚਾ ਕਿੰਨਾ ਹੋ ਗਿਆ ਤੁਹਾਡਾ, ਆਹ ਤੁਹਾਡਾ ਕੀ ਆ ਗਿਆ ਖਰਚਾ, ਇਹਦੀ ਮੈਂ ਮਲਟੀਪਲਾਈ ਕਰਤੀ। ਠੀਕ ਹੈ, ਹੁਣ ਕਹਿੰਦਾ ਖੰਡ ਦਾ ਮੁੱਲ ਕਿੰਨਾ ਰਾਈਜ਼ ਕਰਤਾ ਮਤਲਬ ਵਧਾਤਾ 120 ਕਰਤਾ, ਖੰਡ ਦਾ ਮੁੱਲ ਕਿੰਨਾ ਕਰਤਾ ਤੁਹਾਡਾ 120 ਕਰਤਾ। ਇਹਦੇ ਉੱਤੇ ਕਿੰਨਾ ਇਫੈਕਟ ਪੈ ਜਾਊਗਾ ਕਿ ਮਤਲਬ ਖਰਚਾ ਤੁਹਾਡਾ ਉਹੀ ਰਹਿ ਜਾਏ। ਹੁਣ ਇੱਧਰ ਕੀ ਆਹੀ ਹੈ ਨਾ x ਬਰਾਬਰ 1 2 4 ਡਿਵਾਈਡ ਬਾਈ 120, ਇਹਦੇ ਡਿਵਾਈਡ ਕਰ ਦਿਓ। ਸਿੰਪਲ ਆ ਨਾ, ਇਹ ਤਾਂ ਸਿੰਪਲੀ ਬਣ ਗਿਆ ਨਾ, ਮਤਲਬ ਇਹਨੂੰ ਦੂਜੇ ਪਾਸੇ ਲੈ ਜਾਓਗੇ ਆਪਣੀ x ਦੀ ਵੈਲਿਊ ਕੰਜੰਪਸ਼ਨ ਕਿੰਨੀ ਘਟੀ ਵਧੀ ਆਪਣੀ ਉਹੀ ਕੱਢਣੀ ਆ, ਉਹੀ ਚੀਜ਼ ਆ ਜਾਊਗੀ ਨਾ, ਇਹਨੂੰ ਕੱਟ ਕਰ ਦਿਓ 6 500 3 250 ਕਿੰਨਾ ਆ ਗਿਆ 250 ਬਟੇ 3% ਆ ਗਿਆ। ਮਤਲਬ ਇਹਦਾ ਕੀ ਹੋਇਆ ਆਪਣੀ ਕੰਜੰਪਸ਼ਨ ਆ ਗਈ ਹੈ ਨਾ, ਮਤਲਬ ਜੇ ਆਪਾਂ ਆਹ ਮੁੱਲ ਤੇ ਖਰੀਦਦੇ ਆ ਤਾਂ ਆਪਾਂ ਮਤਲਬ ਆਹ ਮੁੱਲ ਤੇ ਆਪਾਂ ਇੰਨਾ ਖਰਚਾ ਕਰਦੇ ਆ ਤਾਂ ਆਪਣੀ ਇੰਨੀ ਹੈ। ਪਰ ਪਹਿਲਾਂ ਨਾਲੋਂ ਕਿੰਨਾ ਫਰਕ ਪੈ ਗਿਆ, ਉਹਨੇ ਪੁੱਛਿਆ ਕਿ ਕੰਜੰਪਸ਼ਨ ਮਤਲਬ ਕੀ ਪੁੱਛਿਆ ਉਹਨੇ
किन्ने परसेंट कंजप्शन अपनी की रिड्यूस होगी, यानी कि मतलब कि अपना पहला तो अपना खर्चा कुछ होर सी, हुण मतलब अपनी कंजप्शन वध सी है ना, हुण मतलब इन्नी अपना जो मतलब मुल वध गया चीज़ का तो अपनी कंजप्शन की हो जाऊगी, घट जू, तो किन्नी घट गई, पहला किन्नी सी 100 सी, वो माइनस कर दो, ਇਹਦਾ ਆ ਗਿਆ 300 माइनस 250, मतलब अपनी कंजप्शन कितनी घट गई, 50/3% अपनी की कंजप्शन वरतों की अपनी पहला नालों घट गई। ਜਦੋਂ कि पहला की 100% वरतते सी, पर बाद च की होया ਜਦੋਂ ਉਹਦਾ ਮੁੱਲ ਵੱਧ ਗਿਆ ਨਾ, ਚੀਜ਼ ਦਾ ਮੁੱਲ ਵੱਧ ਗਿਆ ਤਾਂ ਆਪਣਾ ਖਰਚਾ ਉਹ ਕਹਿੰਦੇ ਅਸੀਂ ਜਿਹੜਾ ਤੁਸੀਂ ਖਰਚਾ ਕਰਦੇ ਹੋ ਰੁਪਏ ਨਹੀਂ ਆਪਾਂ ਵਧਾ ਸਕਦੇ, ਫਿਰ ਆਪਣਾ ਕੀ ਘਟਾਵਾਂਗੇ, ਫਿਰ ਆਪਾਂ ਨੂੰ ਕੰਜਪਸ਼ਨ ਆਪਣੇ ਵਰਤੋਂ ਦਾ ਚੀਜ਼ ਦੀ ਘਟਾਉਣੀ ਪਊ, ਆਪਾਂ ਨੂੰ ਕੁਝ ਬਚਾਉਣਾ ਤਾਂ ਹਨਾ ਆਪਾਂ, ਤਾਂ ਉਹਦੇ ਲਈ ਕੀ ਕਰਤਾ ਪਹਿਲਾਂ ਆਪਾਂ ਕੰਜਪਸ਼ਨ ਕੱਢ ਲਈ, ਬਾਅਦ ਚੋਂ ਕਿੰਨੀ ਘਟੀ ਹੈ ਉਹ ਮਤਲਬ ਉਹ ਕਿੰਨਾ ਸੀ ਪਹਿਲਾਂ 100% ਸੀ, ਉਹ ਚੋਂ ਕੀ ਕਰਤਾ 250/3 ਕੀ ਕਰਤਾ ਆਪਾਂ ਮਾਈਨਸ ਕਰਤਾ, ਤਾਂ ਆਪਣੀ ਕੀ ਹੋਊਗੀ ਕਿੰਨੀ ਕੰਜਪਸ਼ਨ ਆਪਾਂ ਘਟਾਤੀ, ਮਤਲਬ ਪਹਿਲਾਂ ਆਪਾਂ 100% ਵਰਤਦੇ ਸੀ, ਹੁਣ ਆਪਾਂ ਉਹ ਚੋਂ ਕਿੰਨੇ % ਆਪਾਂ ਚੀਜ਼ ਦੀ ਆਪਣੇ ਦੀ ਵਰਤੋਂ ਕੀ ਹੈ ਘੱਟ ਕਰ ਲਾਂਗੇ, ਉਹ ਕੀ ਆ ਗਿਆ ਆਪਣਾ 50/3%। ਇੱਕ ਦੋ ਕੁਐਸਚਨ ਆਪਾਂ ਇਹਦੇ ਨਾਲ ਦੇ ਹੋਰ ਕਰ ਲੈਣੇ ਆ, ਮਤਲਬ ਤੁਹਾਨੂੰ ਚੰਗੀ ਤਰ੍ਹਾਂ ਕਨਸੈਪਟ ਇਹ ਕਲੀਅਰ ਹੋ ਜਾਊਗਾ। देखो कहना प्राइस ऑफ राइस डिक्रीज बाय 33.3%, then how much % increase the consumption of rice that no change in expenditure। ਹੁਣ ਇਹ 'ਚ ਇਹਨੇ ਉਲਟ ਕਰਤਾ, ਪਹਿਲਾਂ ਕੀ ਸੀ ਤੁਹਾਡਾ ਮਤਲਬ ਖੰਡ ਦਾ ਮੁੱਲ ਕੀ ਸੀ ਵੱਧ ਗਿਆ ਸੀ ਹਨਾ, ਹੁਣ ਕੀ ਕਹਿੰਦਾ ਚੌਲ ਕੀ ਤੁਹਾਡੇ ਸਸਤੇ ਹੋ ਗਏ, ਮਤਲਬ ਚੌਲ ਕੀ ਹੈ ਮਤਲਬ ਚੌਲਾਂ ਦਾ ਮੁੱਲ ਕੀ ਘਟ ਗਿਆ। ਹੁਣ ਜੇ ਪਹਿਲਾਂ ਆਪਾਂ 100 ਕਿਲੋ ਵਰਤਦੇ ਸੀ, ਜੇ ਮੁੱਲ ਘਟ ਗਿਆ ਖਰਚਾ ਤਾਂ ਆਪਾਂ ਉਨਾ ਹੀ ਕਰਨਾ, ਤੇ ਆਪਾਂ ਨੂੰ ਪਤਾ ਹੀ ਹੈ ਤਾਂ ਨਾਰਮਲ ਦੀ ਗੱਲ ਆਪਣੇ ਚੌਲ ਕੀ ਹੋਣਗੇ ਆਪਣੇ ਪਹਿਲਾਂ ਨਾਲੋਂ ਜ਼ਿਆਦਾ ਆ ਜਾਣਗੇ, ਮਤਲਬ ਉਹੀ ਚੀਜ਼ ਬਣਾ ਲਓ, ਪ੍ਰਾਈਸ ਬਣਾ इक्वल टू एक्सपेंडिचर, मतलब आ लिख लिया करो, लिखना होता तो नहीं तो हर बार लिखने की जरूरत भी नहीं होती, मतलब तो कोई प्रॉब्लम नहीं होती। हुण की कहंदा प्राइस कितना डिक्रीज हो गया अपना चौलां का प्राइस अपना डिक्रीज हो गया 33.3%, यानी कि पहला कितना सी 100 सी, हुण इह चों घट गया, कितना घट गया 100/3 1 आ 3 आ गया 300 माइनस 100 बराबर 200/3। ਹੁਣ ਚੌਲਾਂ ਦਾ ਮੁੱਲ ਕਿੰਨਾ ਆ ਗਿਆ ਤੁਹਾਡਾ 200/3 ਆ ਗਿਆ, ਆ ਚੌਲਾਂ ਦਾ ਮੁੱਲ ਕੱਢ ਲਿਆ ਆਪਾਂ, ਕੰਜਪਸ਼ਨ ਦਾ ਆਪਣਾ ਕਹਿੰਦਾ ਫਰਕ ਪੈ ਗਿਆ ਹਨਾ, ਪਰ ਐਕਸਪੈਂਡੀਚਰ ਕੀ ਆਪਣਾ ਸੇਮ ਹੀ ਰਿਹਾ, ਐਕਸਪੈਂਡੀਚਰ ਕੀ ਸੇਮ ਰਿਹਾ, ਇਹਨੂੰ ਕਰ ਲਓ ਬਸ 3/200, ਇਹਨੂੰ ਕੱਢ ਦਿਓ ਕਿੰਨਾ ਆ ਗਿਆ ਇੱਥੇ 50, कितना आ गया फिर 150%, मतलब पहला कंजप्शन के लिए 100 सी, हुण तक कितनी होगी 150% होगी, मतलब की हो गया ये 150 तो नहीं वधी ना, वधी कितनी पहला नालों कितनी वधी, यही पूछे पहला नालों कितनी वधी है, फिर 50% ही वधी है, क्योंकि 100 तो तुहाडी ऑलरेडी हैगी सी, ਉਹਦੇ ਵਿੱਚੋਂ ਕਿੰਨੀ ਵੱਧ ਗਈ ਇਹ 50% ਹੀ ਵਧੀ ਹੈ, ਤਾਂ ਆਨਸਰ ਕੀ ਆ ਜਾਊਗਾ 50% ਕੰਜਪਸ਼ਨ ਕੀ ਹੋਗੀ ਤੁਹਾਡੀ ਇੰਕਰੀਜ਼ ਹੋ ਗਈ, ਮਤਲਬ ਜਿਹੜੀ ਤੁਹਾਡੀ ਵਰਤੋਂ ਆ ਉਹ ਕੀ 50% ਪਹਿਲਾਂ ਨਾਲੋਂ ਵੱਧ ਗਈ, ਠੀਕ ਹੈ। चलो नेक्स्ट क्वेश्चन, प्राइस ऑफ टी increase by 20% and consumption decrease by 10%, then what effect on expenditure। ਹੁਣ ਦੇਖੋ ਹੁਣ ਉਹਨੇ ਥੋੜਾ ਜਿਹਾ ਚੇਂਜ ਕਰਤਾ, ਕੀ ਚੇਂਜ ਕਰਤਾ, ਕਹਿੰਦਾ ਮਤਲਬ ਕੀ ਆ ਤੁਹਾਡਾ ਪ੍ਰਾਈਸ ਕੀ ਆ, ਪਹਿਲਾਂ ਤਾਂ ਫਾਰਮੂਲਾ ਲਿਖ ਲਓ ਨਾ, ਕੰਜਪਸ਼ਨ ਐਕਸਪੈਂਡੀਚਰ, ਕਹਿੰਦਾ ਮਤਲਬ ਜੇ ਤੁਹਾਡਾ ਮੁੱਲ ਵੱਧ ਗਿਆ, ਮੁੱਲ ਵੱਧ ਕੇ ਪਹਿਲਾਂ ਕਿੰਨਾ ਹੁੰਦਾ 100,
ਜੇ ਮੁੱਲ ਵੱਧ ਗਿਆ ਕਿੰਨਾ ਹੋ ਗਿਆ 120% ਹੋ ਗਿਆ। ਪਰ ਅੱਗੇ ਕੀ ਕਹਿੰਦਾ ਜਦੋਂ ਇਹ ਵੱਧ ਗਿਆ ਤੇ ਜਿਹੜੀ ਵਰਤੋਂ ਹੈ ਮਤਲਬ ਤੁਹਾਡੀ ਕੰਜਪਸ਼ਨ ਹੈ ਉਹ ਕਿ 10% ਘਟ ਜੂ ਤਾਂ ਵਰਤੋਂ ਕਿੰਨੀ ਰਹਿ ਜੂ 90% ਰਹਿ ਜੂ। ਐਕਸਪੈਂਡੀਚਰ ਤੇ ਕਿੰਨਾ ਇਫੈਕਟ ਪੈ ਗਿਆ, ਐਕਸਪੈਂਡੀਚਰ ਤਾਂ ਆਹੀ ਸੀ ਮਤਲਬ ਹੁਣ ਐਕਸਪੈਂਡੀਚਰ ਦਾ ਕੀ ਫਰਕ ਪੈ ਜਾਊਗਾ ਨਾ ਪਹਿਲਾਂ ਨਾਲੋਂ 12 ਨਾਲ 108 0 ਕਿੰਨਾ ਜ਼ਿਆਦਾ ਆ ਗਿਆ 8%। ਤੇ ਮਤਲਬ ਖਰਚਾ ਕੀ ਹੈ ਤੁਹਾਡਾ ਪਹਿਲਾਂ ਨਾਲੋਂ ਕਿੰਨਾ ਵੱਧ ਜੂਗਾ 8% ਕੀ ਹੋ ਜੂਗਾ ਵੱਧ ਜੂਗਾ। ਜੇ ਇੱਥੇ ਮਤਲਬ ਆਪਣੀ ਆਹ ਚੀਜ਼ ਘੱਟ ਆ ਜਾਂਦੀ ਮੰਨ ਲਓ ਜੇ 9600 ਆ ਜਾਂਦੀ ਤਾਂ ਖਰਚਾ ਕੀ ਸੀ 4% ਆਪਣਾ ਕੀ ਹੋ ਜਾਣਾ ਸੀ ਡਿਕਰੀਜ਼ ਹੋ ਜਾਣਾ ਸੀ ਹਨਾ। ਮਤਲਬ ਹੁਣ ਖਰਚਾ ਕੀ ਹੋ ਗਿਆ ਤੁਹਾਡਾ 8% ਕੀ ਹੋ ਗਿਆ ਪਹਿਲਾਂ ਨਾਲੋਂ ਇਨਕਰੀਜ਼ ਹੋ ਗਿਆ। ਠੀਕ ਹੈ ਮਤਲਬ ਐਸ ਵਾਲਾ ਵੀ ਕੁਐਸਚਨ ਆ ਸਕਦਾ, ਜ਼ਰੂਰੀ ਨਹੀਂ ਪ੍ਰਾਈਸ ਤੇ ਇਫੈਕਟ ਪੈ ਜੇ ਕੰਜਪਸ਼ਨ ਤੇ ਇਫੈਕਟ ਪੈ ਜਾਂਦਾ ਹਨਾ ਤੇ ਖਰਚੇ ਤੇ ਵੀ ਫਰਕ ਪੈ ਜਾਂਦਾ। ਮਤਲਬ ਖਰਚਾ ਵੀ ਵੱਧਦਾ ਘਟਦਾ ਰਹਿੰਦੀ ਆਪਣੀ ਸੈਲਰੀ ਹੈ ਨਾ ਜਿਵੇਂ ਆਪਣੀ ਜੋ ਇਨਕਮ ਹੈ ਉਹ ਵੱਧਦੀ ਘਟਦੀ ਰਹਿੰਦੀ ਆਪਾਂ ਉਸ ਦੇ ਅਕੋਰਡਿੰਗ ਕੀ ਕਰਦੇ ਆ ਖਰਚਾ ਕਰਦੇ। ਠੀਕ ਹੈ ਮਤਲਬ ਕਿਸੇ ਵੀ ਚੀਜ਼ ਦਾ ਇਫੈਕਟ ਪਵੇ ਸੋਲਵ ਤੁਸੀਂ ਸਿਰਫ ਇਸ ਤਰੀਕੇ ਨਾਲ ਹੀ ਕਰਨਾ। अगला क्वेश्चन प्राइस ऑफ टी इंक्रीज बाय 30% एंड कंजप्शन डिक्रीज बाय 10% बट इफेक्ट ऑन एक्सपेंडिचर। क्वेश्चन बिल्कुल पहला मतलब सेम बन गया मतलब की है चाह का मुल क्या मतलब पहला नालों 10% बढ़ गया तो खर्चा की हो गया तो वरतों की होगी 10% तुसीं की कर ली घटा ली तो मतलब इफेक्ट कास ते पै गया खर्चे ते इफेक्ट पै गया। ये क्वेश्चन तुसीं खुद करना मैनूं कमेंट कर दो ਇਹਦਾ आंसर की तुसीं मैनूं कमेंट कर दो जे ना होया तो मैं नैक्सट वीडियो के क्वेश्चन तुहानूं की है सॉल्व करके दोबारा दस दूँ। बिल्कुल सेम पहला वाला क्वेश्चन मैनूं बन गया आसानी नाल तुसीं इहनूं की कर सकते हो सॉल्व कर सकते हो। वीडियो की ना यार लेंथ ज़्यादा हो जाती है तां करके मैं थोड़ा जल्दी रफ कर देना मतलब वीडियो में पॉज करके चीज़ों को नोट कर लिया करो। हुण अगला क्वेश्चन देखो कहना इफ द प्राइस ऑफ शुगर राइज by 4 kilogram red food per kg to 5 per kg but no change in expenditure what effect on consumption of ਸ਼ੂਗਰ। ਹੁਣ ਕੀ ਕਹਿੰਦਾ ਕਹਿੰਦਾ ਜਿਹੜਾ ਮੁੱਲ ਹੈ ਖੰਡ ਦਾ ਮੁੱਲ ਕੀ ਹੈ 4 ਰੁਪਏ ਤੋਂ ਵੱਧ ਕੇ ਕਿੰਨਾ ਹੋ ਗਿਆ 5 ਰੁਪਏ ਹੋ ਗਿਆ ਪਰ ਕਹਿੰਦਾ ਤੁਹਾਡਾ ਖਰਚੇ ਦੇ ਵਿੱਚ ਕੋਈ ਫਰਕ ਨਹੀਂ ਪਿਆ ਮਤਲਬ ਜੋ ਤੁਸੀਂ ਖਰਚਾ ਪਹਿਲਾਂ ਕਰਦੇ ਸੀ ਖਰਚਾ ਵੀ ਤੁਹਾਡਾ ਉਹੀ ਰਹਿ ਗਿਆ। ਹੁਣ ਉਹੀ ਚੀਜ਼ ਫਿਰ ਕੀ ਹੋਣਾ ਸੀ ਕੀ ਹੁਣ ਦੇਖੋ ਪਹਿਲਾਂ ਕੀ ਆ ਤੁਹਾਡੀ ਖੰਡ ਦਾ ਮੁੱਲ ਕੀ ਸੀ 4 ਰੁਪਏ ਤਾਂ ਕੰਜਪਸ਼ਨ ਕਿੰਨੀ ਸੀ ਤੁਹਾਡੀ 100 ਮੰਨ ਲਓ किन्ने भी मान सकते जरूरी नहीं 100 मतलब आप स्कूलों करते हैं ना मान लो मूल तुम 100 एक अपना रुझान जहा बनया हुआ 100 मान लो 50 मान लो कोई मान लो वो कोई दिक्कत नहीं है एक मान सकते ठीक है। तो खर्चा कितना होया 400 रुपए मतलब की होया था पहला वो किन्ने खर्चा करता होंदा सी 400 रुपए खर्चा करता होंदा सी हुण की कहंदा बट कहंदा हुण की हो गया खंड का मुल 4 तो की वधाता ने 5 रुपए करता जे 5 रुपए करता अपनी वरतों तो फिर आपको घटानी पऊगी सी की वरतों तो आपको कंजप्शन का घटानी पऊगी पर अपना खर्चा कहता वही रह गया खर्चा की रह गया अपना पहला वाला ही रह गया ठीक है। तो हुण की फर्क पै जाऊगा मतलब इधर मल्टीप्लाई इधर आगे की हो जी डिवाइड कितना आ गया 8 5 40 80% कितना फर्क किन्ने का फर्क पै गया अपना पहला कितना सी 100 सी हुण कितना रह गया अपना 80 मतलब किन्ने का इफेक्ट पै गया 20 का 20% का की अपन मतलब इफेक्ट पै गया है ना कंजप्शन से मतलब कंजप्शन का कितना असर पै गया जो आप 100 वरते से पहला हम कितनी करते हैं चीज़ की वरतों 20 80 करते हैं मतलब किन्ने का फर्क पै गया अपना 20 का फर्क पै गया ठीक है अपनी वो चीज़ की वरतों से जो वह की होंगे मुल 4 तो 5 रुपये बढ़ जाता है जो 1 रुपया की है मतलब प्रति किलो की मार 1 रुपया मुल की होगा अपने वस्तु का बढ़ता ठीक है। चलो नेक्स्ट क्वेश्चन
the price of oil is increased by 25% if the expenditure is not allowed to increase. The ratio between reduction in consumption and its original consumption। ਹੁਣ ਦੇਖੋ ਕੁਐਸਚਨ ਕਹਿੰਦਾ ਜਿਹੜਾ ਮਤਲਬ ਤੇਲ ਦਾ ਮੁੱਲ ਆ, ਕੋਈ ਤੇਲ ਆਣਾ ਮਤਲਬ ਕੋਈ ਤੇਲ ਲਾ ਲਓ, ਉਹਦਾ ਕੀ ਆ ਮੁੱਲ 25% ਕੀ ਆ ਵੱਧ ਗਿਆ, ਮੁੱਲ ਕੀ 25% ਵਧਾਤਾ, ਪਰ ਖਰਚਾ ਕਹਿੰਦਾ ਨਾਟ ਅਲਾਉਡ ਟੂ ਇੰਕਰੀਜ਼। ਪਰ ਜੇ ਮੁੱਲ ਵੱਧ ਗਿਆ ਕਹਿੰਦਾ ਖਰਚਾ ਨਹੀਂ ਵਧਾਉਣਾ। ਮਤਲਬ ਕੀ ਕਰੋਗੇ ਤੁਸੀਂ, ਕੰਜੰਪਸ਼ਨ ਕੀ ਆਪਣੀ ਘੱਟ ਕਰ ਦਿਓਗੇ, ਕੰਜੰਪਸ਼ਨ ਕੀ ਘੱਟ ਕਰ ਦਿਓਗੇ। ਪਰ ਹੁਣ ਉਹਨੇ ਇੱਕ ਚੀਜ਼ ਨਵੀਂ ਪੁੱਛ ਲਈ, ਰੇਸ਼ੋ। ਕਹਿੰਦਾ ਰੇਸ਼ੋ ਪਤਾ ਕਰੋ ਰਿਡਕਸ਼ਨ ਇਨ ਕੰਜੰਪਸ਼ਨ, ਮਤਲਬ ਉਹਨੇ ਚੀਜ਼ ਆਪਣੀ ਰਿਡਕਸ਼ਨ ਕਿੰਨੀ ਕਰਤੀ ਓਰੀਜਨਲ ਤੋਂ, ਮਤਲਬ ਪਹਿਲਾਂ ਕਿੰਨੀ ਚੀਜ਼ ਦੀ ਵਰਤੋਂ ਕਰਦਾ ਸੀ, ਠੀਕ ਹੈ ਉਹਦੀ, ਤੇ ਹੁਣ ਜਿਹੜੀ ਮਤਲਬ ਉਹਨੇ ਕਿੰਨਾ ਘਟਾਤਾ, ਮਤਲਬ ਜੇ 100 ਕਰਦਾ ਸੀ 50% ਘਟਾਤਾ, ਤੇ ਮਤਲਬ 50 ਤੇ 100 ਦੀ ਰੇਸ਼ੋ ਕਰ ਦੇਣੀ ਹੈ, ਠੀਕ ਹੈ। ਮਤਲਬ ਵਰਤੋਂ ਕਿੰਨੀ ਘਟਾਤੀ ਉਹਦੀ ਆਪਾਂ ਰੇਸ਼ੋ ਕੱਢਣੀ ਹੈ। ਇੱਕ ਥੋੜਾ ਜਿਹਾ ਡਿਫਰੈਂਟ ਜਿਹਾ ਕੁਐਸਚਨ ਹੋ ਗਿਆ ਨਾ। ਫਿਰ ਉਹੀ E ਗੁਣਾ C ਬਰਾਬਰ E, ਇਹਦਾ ਤੁਹਾਡੇ ਯਾਦ ਹੀ ਹੋ ਗਿਆ ਹੋਣਾ, ਅਭੀ ਲਿਖ ਹੀ ਲਓ। ਹੁਣ ਦੇਖੋ ਮੁੱਲ ਕਿੰਨਾ ਇੰਕਰੀਜ਼ ਹੋ ਗਿਆ, 125 ਹੋ ਗਿਆ, ਬਟ ਕੰਜੰਪਸ਼ਨ ਦਾ ਇਫੈਕਟ ਹੋਏਗਾ, ਖਰਚਾ ਕੀ ਰਹਿ ਗਿਆ ਤੁਹਾਡਾ, ਉਹੀ ਰਹਿ ਗਿਆ, ਅਗਰ ਖਤਮ ਹੀ ਹੋ ਜਾਊਗਾ। ਚਲੋ 125 ਇਹਨੂੰ ਕੱਟ ਕਰ ਦਿਓ। ਹੁਣ ਇਹਨੂੰ ਕੱਟ ਕਿਵੇਂ ਕਰੋਗੇ, 25 ਦੇ ਟੇਬਲ ਤੇ ਕਰ ਦਿਓ 5 4 0 0, ਹਾਂ 400 8 40 80। ਜਾਨੀ ਕਿ ਕੀ ਹੋ ਗਿਆ, ਕੰਜੰਪਸ਼ਨ ਕਿੰਨੀ ਰਹਿ ਗਈ ਹੁਣ ਤੁਹਾਡੀ 80% ਰਹਿ ਗਈ। ਜਦੋਂ ਪਹਿਲਾਂ ਚੀਜ਼ ਨੂੰ ਤੁਸੀਂ ਵਰਤਦੇ ਸੀ 100% ਵਰਤਦੇ, ਹੁਣ ਕਿੰਨੀ ਵਰਤਦੇ ਹੋ 80%। ਤਾਂ ਰਿਡਿਊਸ ਕਿੰਨੀ ਹੋ ਗਈ, ਪਹਿਲਾਂ ਕਿੰਨੀ ਵਰਤਦੇ ਸੀ 100%, ਹੁਣ ਕਿੰਨੀ ਵਰਤਦੇ 80%। ਕਿੰਨੀ ਰਿਡਿਊਸ ਹੋ ਗਈ ਇਹ ਤੁਹਾਡੀ 20% ਰਿਡਿਊਸ ਹੋ ਗਈ, 20% ਰਿਡਿਊਸ ਹੋ ਗਈ ਨਾ। ਕਹਿੰਦਾ ਓਰੀਜਨਲ ਨਾਲੋਂ ਇਹਦਾ ਕਿੰਨਾ ਇਫੈਕਟ ਪੈ ਗਿਆ, ਓਰੀਜਨਲ ਕਿੰਨੀ ਸੀ ਆਪਣੀ 100% ਸੀ, ਓਰੀਜਨਲ ਨਾਲੋਂ ਕਿੰਨਾ ਇਫੈਕਟ ਪੈ ਗਿਆ, ਇਹਦੀ ਆਪਾਂ ਰੇਸ਼ੋ ਪਤਾ ਕਰਨੀ ਹੈ। 20 5 100 1 ਰੇਸ਼ੋ 5, ਤਾਂ ਇਹ ਓਰੀਜਨਲ ਤੇ ਜਿਹੜੀ ਵਰਤੋਂ ਤੁਹਾਡੀ ਕੰਜੰਪਸ਼ਨ ਘਟ ਗਈ, ਉਹਦੀ ਰੇਸ਼ੋ ਕਿੰਨੀ ਆ ਗਈ 1 ਰੇਸ਼ੋ 5। ਮਤਲਬ ਆਹ ਚੀਜ਼ ਥੋੜੀ ਜਿਹੀ ਸਮਝਣ ਵਾਲੀ ਆ ਨਾ, ਮਤਲਬ ਆਹ ਲਾਈਨ ਥੋੜੀ ਜਿਹੀ ਲੈਂਗੁਏਜ ਆ ਇਹਦੀ, ਬਸ ਹੋਰ ਕੁਝ ਨਹੀਂ ਕੁਐਸਚਨ 'ਚ। ਰੇਸ਼ੋ ਬਿਟਵੀਨ ਰਿਡਕਸ਼ਨ ਇਨ ਕੰਜੰਪਸ਼ਨ, ਮਤਲਬ ਕਿੰਨੀ ਘਟ ਗਈ 20% ਘਟੀ ਹੈ, ਹੋ ਤਾਂ ਘਟ ਕੇ 80 ਗਈ, ਪਰ ਘਟੀ ਕਿੰਨੀ ਹੈ 20 ਘਟੀ ਹੈ, ਘਟ ਕੇ 80 ਹੋਈ ਆ, ਪਰ ਘਟੀ ਤਾਂ 20 ਹੈ ਪਹਿਲਾਂ ਜਦੋਂ 100 ਸੀ, ਤੇ ਓਰੀਜਨਲ ਕਿੰਨੀ ਹੈ 100%, 1 ਰੇਸ਼ੋ 5। ਠੀਕ ਹੈ ਜੀ, ਆ ਗਿਆ ਨਾ ਸਮਝ। ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਅੱਛਾ ਖਤਮ ਹੋ ਗਏ, ਚਲੋ ਠੀਕ ਹੈ ਵੀ, ਕੱਲ ਮਿਲਦੇ ਆ ਨਵੇਂ ਆਪਾਂ ਮੈਥਡ ਤੇ ਕਨਸੈਪਟ ਲੈ ਕੇ, ਹੋਰ ਨਵੀਆਂ ਵਧੀਆ ਆਪਣੀਆਂ ਪਰਸੈਂਟੇਜ ਤੇ ਹੋਰ ਮੈਥ ਦੀਆਂ ਤੇ ਰੀਜ਼ਨਿੰਗ ਦੇ ਵੀਡੀਓ ਨਾਲ ਮਿਲਾਂਗੇ। ਠੀਕ ਹੈ, ਹੁਣ ਮੈਨੂੰ ਦਿਓ ਇਜਾਜ਼ਤ, ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ, ਤੇ ਤਾਂ ਕਿ ਹੋਰ ਵੀ ਤੁਹਾਡੇ ਯਾਰ ਦੋਸਤਾਂ ਨੂੰ ਮਤਲਬ ਪਤਾ ਲੱਗ ਜਾਏ, ਮਤਲਬ ਵਧੀਆ ਆਪਾਂ ਇੱਥੇ ਚੈਨਲ ਤੇ ਕੋਸ਼ਿਸ਼ ਕਰਦੇ ਹਾਂ। ਠੀਕ ਹੈ, ਇਹ ਕੋਸ਼ਿਸ਼ ਦਾ ਤੁਸੀਂ ਵੀ ਫਾਇਦਾ ਲਓਗੇ, ਤੁਹਾਡੇ ਯਾਰ ਦੋਸਤ ਵੀ ਕੀ ਹੈ ਫਾਇਦਾ ਉਠਾਓ। ਠੀਕ ਹੈ ਬਈ, ਥੈਂਕ ਯੂ।